ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਗਾਰ। ਕੁਦਰਤ ਕੀਮਤ ਨ ਜਾਣੀਐ ਵੱਡਾ ਬੇਪਰਵਾਹੋ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿ ਸਾਹੋ। ਤੂੰ ਸਮਰੱਥ ਅਗਤ ਅਗੋਚਰ ਜੀਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਕਤ ਕੋ ਡਹਕਾਵੋ ਲੋਗਾ ਮੋਹਨ ਦੀਨ ਕਿਰਪਾਈ।
ਐਸੀ ਜਾਨ ਪਾਈ। ਸਰਨ ਸੂਰੋ ਗੁਰ ਦਾਤਾ ਰਾਖੈ ਆਪ ਵਡਾਈ। ਕਤ ਕੋ ਡਹਿਕਾਵਹੁ ਲੋਕਾ ਮੋਹਨ ਦੀਨ ਕਿਰਪਾਈ। ਐਸੀ ਜਾਨ ਪਾਈ। ਸਰਨ ਸੂਰੋ ਗੁਰ ਦਾਤਾ ਰਾਖੈ ਆਪ ਵਡਾਈ। ਰਹਾਉ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਆਪਣੇ ਕੋ ਕਿਰਪਾ ਕਰਿਓ ਇਕ ਨਾਮ ਧਿਆਈ। ਨਾਨਕ ਦੀਨ ਨਾਮ ਮੰਗੈ ਦੁਤੀਆ ਭਰਮ ਚੁਕਾਈ। ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਆਪਣੇ ਕੋ ਕਿਰਪਾ ਕਰਿਓ ਇਕ ਨਾਮ ਧਿਆਈ। ਨਾਨਕ ਦੀਨ ਨਾਮ ਮੰਗੈ ਦੁਤੀਆ ਭਰਮ ਚੁਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਚਰਨ ਛੋਹ ਧਰਤੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ, ਜੋ ਆਪ ਜੀ ਨੇ ਹੁਣੇ ਹੀ ਪਾਵਨ ਸ਼ਬਦ ਸ਼ਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਕਤ ਕੋ ਡਹਿਕਾਵਹੁ ਲੋਗਾ, ਮੋਹਨ ਦੀਨ ਕਿਰਪਾਈ। ਐਸੀ ਜਾਨ ਪਾਈ, ਸਰਣ ਸੂਰੋ ਗੁਰ ਦਾਤਾ। ਰਾਖੈ ਆਪ ਵਡਾਈ। ਮਾਰੂ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1005 ਦੇ ਸ਼ੋਭਤ ਹੈ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਪਹਿਲੀ ਪੰਕਤੀ ਦੇ ਵਿੱਚ ਗੁਰੂ ਸਾਹਿਬਾਨ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਜੀਵ ਤੂੰ ਕਿਉਂ ਡੋਲਦਾ ਹੈ, ਕਿਉਂ ਤੂੰ ਭਟਕਣਾ ਵਿੱਚ ਪਿਆ ਫਿਰਦਾ ਹੈ। ਪਰਮਾਤਮਾ ਦਾ ਮੁੱਢ ਕਦੀਮਾ ਤੋਂ ਇਹ ਸੁਭਾਅ ਹੈ, ਬਿਰਧ ਹੈ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀਵਾਂ ਉੱਤੇ ਦਇਆ ਕਰਦਾ ਹੈ। ਉਹਦੀ ਆਦਤ ਹੈ ਦਇਆ ਕਰਨੰ ਦੁੱਖ ਹਰਣੰ ਉਚੜੰ ਨਾਮ ਕੀਰਤਨ ਹੈ। ਉਹਦੀ ਆਦਤ ਹੈ ਕਿ ਉਹ ਮਾਲਕ ਵਾਹਿਗੁਰੂ ਹਰ ਉੱਤੇ ਬਖਸ਼ਿਸ਼ ਕਰਨ ਵਾਲਾ, ਮਿਹਰਾਂ ਕਰਨ ਵਾਲਾ। ਤੇ ਸਤਿਗੁਰੂ ਆਰੰਭਤਾ ਵਿੱਚ ਵਚਨ ਕਰਦੇ ਨੇ, ਕਤ ਕੋ ਡਹਿਕਾਵਹੁ ਲੋਗਾ, ਮੋਹਨ ਦੀਨ ਕਿਰਪਾਈ। ਇਹ ਲੋਗੋ, ਕਤ ਕੋ ਡਹਿਕਾਵੋ, ਤੁਸੀਂ ਕਾਹਦੇ ਲਈ ਡੋਲਦੇ ਫਿਰਦੇ ਹੋ? ਕਿਉਂ ਆਪਣੇ ਮਨ ਨੂੰ ਭਟਕਣਾ ਵਿੱਚ ਪਾਇਆ ਹੋਇਆ ਹੈ? ਤੁਹਾਨੂੰ ਪਤਾ ਹੈ ਮੋਹਨ ਦੀਨ ਕਿਰਪਾ, ਜਿਹੜਾ ਮੋਹਨ ਮਨ ਨੂੰ ਮੋਹਣ ਵਾਲਾ ਪਰਮਾਤਮਾ ਹੈ, ਵਾਹਿਗੁਰੂ ਹੈ, ਉਹ ਦੀਨਾਂ ਉੱਤੇ, ਦੀਨ ਦਾ ਅਰਥ ਹੈ ਗਰੀਬ। ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੀਨ ਸ਼ਬਦ ਕਈ ਵਾਰੀ ਆਇਆ ਹੈ। ਜਿੱਥੇ ਦੀਨ ਦੇ ਅਰਥ ਬਣਦੇ ਨੇ ਗਰੀਬ, ਦੀਨ ਦੇ ਅਰਥ ਬਣਦੇ ਨੇ ਨਿਮਰਤਾ, ਦੀਨ ਦੇ ਅਰਥ ਬਣਦੇ ਨੇ ਧਰਮ। ਜਿਵੇਂ ਸਤਿਗੁਰੂ ਕਹਿੰਦੇ ਨੇ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਇੱਥੇ ਸਤਿਗੁਰੂ ਜੀ ਨੇ ਇੱਥੇ ਗੱਲ ਕੀਤੀ ਹੈ ਧਰਮ ਦੀ। ਤੇ ਇੱਥੇ ਪਹਿਲੀਆਂ ਦੋ ਪੰਕਤੀਆਂ 'ਚ ਪਾਤਸ਼ਾਹ ਨੇ ਗੱਲ ਕੀਤੀ ਹੈ ਨਿਮਰਤਾ ਦੀ। ਜਿਹਦੇ ਅੰਦਰ ਨਿਮਰਤਾ ਹੈ, ਗਰੀਬੀ ਹੈ, ਨਿਮਾਣਾਪਨ ਹੈ, ਅਸਲ ਵਿੱਚ ਉਹਨਾਂ ਉੱਤੇ ਫਿਰ ਮਾਲਕ ਦੀ ਬਖਸ਼ਿਸ਼ ਹੁੰਦੀ ਹੈ। ਜਦੋਂ ਤੱਕ ਮਨੁੱਖ ਦੇ ਮਨ ਦੇ ਵਿੱਚ ਇਹ ਅਹੰ ਹੁੰਦਾ, ਹੰਕਾਰ ਹੁੰਦਾ ਹੈ ਕਿ ਮੈਂ ਹੀ ਸਭ ਕੁਝ ਹਾਂ। ਆਮ ਤੌਰ 'ਤੇ ਚਾਹੇ ਕੋਈ ਗਰੀਬ ਮਨੁੱਖ ਹੈ, ਚਾਹੇ ਕੋਈ ਅਮੀਰ ਹੈ, ਹਰ ਇੱਕ ਮਨੁੱਖ ਨੂੰ ਆਪਣੇ ਗੁਣਾਂ ਦਾ, ਆਪਣੀ ਧਨ ਸੰਪਦਾ ਦਾ, ਆਪਣੀ ਪ੍ਰੋਪਰਟੀ ਦਾ ਮਾਣ ਹੈ। ਇਹ ਨਹੀਂ ਕਿ ਜਿਹਦੇ ਵਿੱਚ 100 ਗੁਣ ਹੋਣ ਉਹਦੇ ਵਿੱਚ ਕੋਈ ਨਾ ਕੋਈ ਔਗਣ ਹੁੰਦਾ ਹੈ। ਕਵੀ ਤੁਲਸੀ ਜੀ ਲਿਖਦੇ ਨੇ ਕਿ ਗੁਣ ਅਵਗੁਣ ਸਭ ਵਿਖੈ, ਇਨ ਵਿਦ ਜੰਤ ਨ ਕੋਏ। ਫੁੱਲ ਸੁਗੰਧ ਸੁੰਦਰ ਕਮਲ, ਪਰ ਕੰਟਕ ਪੀ ਹੋਏ। ਕਹਿੰਦੇ ਭਾਈ ਗੁਣ ਤੇ ਅਵਗੁਣ ਹਰ ਜੀਵ ਦੇ ਵਿੱਚ ਨੇ। ਇਹ ਤੋਂ ਬਿਨਾਂ ਕੋਈ ਜੀਵ ਜੰਤੂ, ਜੇ ਜੀਵ ਜੰਤ ਹੈ ਹੀ ਨਹੀਂ ਹੈ। ਜੇ ਇੱਕ ਮਨੁੱਖ ਪਰਮਾਤਮਾ ਦੀ ਬੰਦਗੀ ਕਰ ਰਿਹਾ, ਇਬਾਦਤ ਕਰ ਰਿਹਾ, ਗੁਰੂ ਗੁਰੂ ਜਪ ਰਿਹਾ ਹੈ,
ਉਹਦੇ ਵਿੱਚ ਫਿਰ ਇਹ ਔਗਣ ਪੈਦਾ ਹੋ ਜਾਂਦਾ, ਉਹਨੂੰ ਮਾਣ ਪੈਦਾ ਹੁੰਦਾ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਂ ਸਿਮਰਨ ਕਰਦਾ ਹਾਂ, ਮੈਂ ਬਾਣੀ ਪੜ੍ਹਦਾ ਹਾਂ। ਇੱਕ ਮਨੁੱਖ ਦੇ ਅੰਦਰ ਇਹ ਗੁਣ ਪੈਦਾ ਹੋ ਜਾਵੇ ਕਿ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ। ਜੋ ਲੋੜਵੰਦ ਨੇ ਉਹਦੇ ਘਰ ਰਾਸ਼ਨ ਪਹੁੰਚਾਉਣਾ ਹੈ, ਉਹਦੀਆਂ ਬੱਚੇ ਦੀਆਂ ਫੀਸਾਂ ਜਮ੍ਹਾਂ ਕਰਾਉਣੀਆਂ ਹਨ, ਦਵਾਈ ਬੂਟੀ ਦਾ ਪ੍ਰਬੰਧ ਕਰਨਾ ਹੈ। ਇਸ ਤਰ੍ਹਾਂ ਦੀਆਂ ਸੇਵਾਵਾਂ ਬਹੁਤ ਸਾਰੀਆਂ ਸੰਸਥਾਵਾਂ ਕਰਦੇ ਨੇ, ਬਹੁਤ ਸਾਰੇ ਮਨੁੱਖ ਨੇ। ਬੜੀ ਕਿਰਪਾ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਸੇਵਾਵਾਂ ਨਹੀਂ ਹੋ ਸਕਦੀਆਂ ਹਨ। ਪਰ ਫਿਰ ਵੀ ਜਿਹੜੇ ਸੇਵਾਵਾਂ ਕਰਦੇ ਨੇ ਨਾ, ਬਹੁਤ ਤਾਦਾਦ ਵਿੱਚ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਮਨ ਵਿੱਚ ਵੀ ਮਾਣ ਆ ਜਾਂਦਾ ਕਿ ਅਸੀਂ ਸੇਵਾ ਕਰਦੇ ਹਾਂ। ਗੁਣ ਹੈ, ਪਰਮਾਤਮਾ ਨੇ ਗੁਣ ਬਖਸ਼ਿਆ ਲੋੜਵੰਦਾਂ ਦੀ ਸਹਾਇਤਾ ਕਰਨ ਦਾ, ਤੇ ਪਰ ਉਹ ਸੇਵਾ ਕਰਕੇ ਮਨ ਦੇ ਵਿੱਚ ਅਹੰਗ ਆ ਗਿਆ, ਹੰਕਾਰ ਆ ਗਿਆ। ਸੋ ਕਹਿਣ ਦਾ ਭਾਵ ਹੈ, ਇੱਕ ਧਾਰਮੀ ਪੁਰਸ਼ ਹੈ, ਧਾਰਮੀ ਪੁਰਸ਼ ਟਹਿਲ ਸੇਵਾ ਕਰਦਾ, ਧਾਰਮੀ ਪੁਰਸ਼ ਬਾਣੀ ਪੜ੍ਹਦਾ, ਸਿਮਰਨ ਕਰਦਾ, ਤੇ ਉਹਦੇ ਅੰਦਰ ਵੀ ਫਿਰ ਮਾਣ ਪੈਦਾ ਹੁੰਦਾ ਕਿ ਮੈਂ ਇਹ ਸੇਵਾ ਕਰਦਾ, ਮੈਂ ਸਿਮਰਨ ਕਰਦਾ। ਤੇ ਜਦੋਂ ਤੱਕ ਗੁਰੂ ਸਵਾਰੇ ਮਨੁੱਖ ਦੇ ਅੰਦਰੋਂ ਮੈਂ ਨਹੀਂ ਮੁੱਕਦੀ ਨਾ, ਉਦੋਂ ਤੱਕ ਮਨੁੱਖ ਨੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਜਦੋਂ ਭਗਤ ਰਵਿਦਾਸ ਸਾਹਿਬਾਨ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਨਾ, ਪਰਮਾਤਮਾ ਨੇ ਪਹਿਲੀ ਵਾਰੀ ਭਗਤ ਰਵਿਦਾਸ ਸਾਹਿਬਾਨ ਜੀ ਨੂੰ ਦਰਸ਼ਨ ਦੀਦਾਰੇ ਦੇਣਾ ਕੀਤੇ, ਤੇ ਕਹਿੰਦੇ ਨੇ ਉਸ ਸਮੇਂ ਪਰਮਾਤਮਾ ਪ੍ਰਗਟ ਹੋ ਗਿਆ। ਪ੍ਰਗਟ ਹੋਇਆ ਤੇ ਰਵਿਦਾਸ ਜੀ ਨੇ ਦੇਖਿਆ ਕਿ ਪਰਮਾਤਮਾ ਸਾਹਮਣੇ ਪ੍ਰਗਟ ਹੋ ਗਿਆ, ਮੈਂ ਪਰਮਾਤਮਾ ਦੇ ਚਰਨ ਸਪਰਸ਼ ਕਰਾਂ। ਤੇ ਪਰਮਾਤਮਾ ਪਿੱਛੇ ਹਟ ਗਿਆ, ਰਵਿਦਾਸ ਜੀ ਅੱਗੇ ਵਧਣ ਤੇ ਪਰਮਾਤਮਾ ਪਿੱਛੇ ਹਟ ਜਾਣ। ਇਸ ਤਰ੍ਹਾਂ 2-3 ਵਾਰੀ ਹੋਇਆ। ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ, ਪਰਮਾਤਮਾ ਕੀ ਮੇਰੇ ਮਨ 'ਚ ਇੱਕ ਭਰਮ ਪੈਦਾ ਹੋ ਗਿਆ। ਇੱਕ ਪਾਸੇ ਤੁਸੀਂ ਮੈਂ ਤੁਹਾਡੀ ਅਰਾਧਨਾ ਕੀਤੀ, ਮੇਰੇ ਉੱਤੇ ਆਪ ਜੀ ਨੇ ਬਖਸ਼ਿਸ਼ ਕੀਤੀ, ਮੈਨੂੰ ਸਖਿਆਤ ਰੂਪ 'ਚ ਦਰਸ਼ਨ ਦੀਦਾਰੇ ਦੇਣਾ ਕੀਤੇ। ਹੁਣ ਦੂਜੇ ਪਾਸੇ ਆਪ ਜੀ ਮੈਨੂੰ ਆਪਣੇ ਚਰਨ ਸਪਰਸ਼ ਨਹੀਂ ਕਰਨ ਦਿੰਦੇ ਨੇ, ਤੇ ਦੱਸੋ ਮਾਲਕ ਜੀ ਕੀ ਗੱਲ ਹੈ। ਕਿਉਂਕਿ ਉਦੋਂ ਜਾਤ ਪਾਤ ਦਾ ਬੋਲਬਾਲਾ ਸੀ। ਲੋਕ ਮਨੂ ਸਿਮਰਤੀ ਦਾ ਮਨੁੱਖ ਨੂੰ 4 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਤੇ ਇਸ ਤਰ੍ਹਾਂ 'ਚ ਸ਼ੂਦਰਾਂ ਦੀ ਹਾਲਤ ਬੜੀ ਤਰਸਯੋਗ ਸੀ। ਭਗਤ ਰਵਿਦਾਸ ਸਾਹਿਬਾਨ ਜੀ ਸ਼ੂਦਰ ਜਾਤੀ ਵਿੱਚ, ਜਮਿਆਰ ਜਾਤੀ 'ਚ ਉਹਨਾਂ ਦਾ ਜਨਮ ਹੋਇਆ ਸੀ। ਤੇ ਆਮ ਤੌਰ 'ਤੇ ਹਾਲਾਤ ਇਹੋ ਜਿਹੇ ਸਨ, ਤੇ ਭਾਵੇਂ ਕੁੱਤਾ ਇਹਨਾਂ ਦੇ ਖੂਹ ਉੱਤੇ ਪਾਣੀ ਪੀ ਜਾਵੇ, ਪਰ ਇੱਕ ਸ਼ੂਦਰ ਨੇ ਪਾਣੀ ਪੀ ਲਿਆ ਨਾ, ਤੇ ਸ਼ੂਦਰ ਨੂੰ ਬੜੀ ਸਜ਼ਾ ਦਿੱਤੀ ਜਾਂਦੀ ਸੀ। ਜਦੋਂ ਸ਼ੂਦਰ ਲੰਘਦਾ ਹੁੰਦਾ ਸੀ ਤੇ ਸ਼ੂਦਰ ਦੇ ਗਲ ਵਿੱਚ ਟੱਲੀ ਪਾਈ ਹੁੰਦੀ ਸੀ। ਪਿੱਛੇ ਜਿਹੜਾ ਝੱਗਾ ਜਿਹਨਾਂ ਆਪਣੇ ਵਸਤਰ ਪਹਿਨਿਆ ਹੁੰਦੇ ਸੀ, ਵਸਤਰ ਦੇ ਪਿਛਲੇ ਪਾਸੇ ਇੱਕ ਗੁਰੂ ਸਰ ਦਰੱਖਤ ਦਾ ਛਾਪਾ ਬੰਨ੍ਹ ਲੈਣਾ, ਤੇ ਸ਼ੂਦਰ ਨੇ ਇਸ ਤਰ੍ਹਾਂ ਤੁਰਨਾ। ਉਹ ਕਾਰਨ ਕੀ ਸੀ ਕਿ ਜਿੱਥੋਂ ਦੀ ਸ਼ੂਦਰ ਲੰਘੇ ਉਹਦੀਆਂ ਜਿਹੜੀਆਂ ਪੈੜਾਂ ਨੇ ਉਹ ਨਾਲ ਸਾਫ਼ ਹੁੰਦੀਆਂ ਜਾਣ। ਇਹੋ ਜਿਹੀ ਤਰਸਯੋਗ ਹਾਲਤ ਸੀ। ਤੇ ਜਦੋਂ ਪਰਮਾਤਮਾ ਨੇ ਇਹ ਖੇਡ ਵਰਤਾਈ, ਕੌਤਕ ਸੀ, ਕੌਤਕ ਨਿਮਿਤ, ਕਹਿਣ ਲੱਗੇ ਰਵਿਦਾਸ ਜੀ ਕਹਿੰਦੇ ਮੈਨੂੰ ਚਰਨ ਨਹੀਂ ਸਪਰਸ਼ ਕਰਨ ਦੇ, ਕਾਰਨ ਕੀ ਹੈ। ਤੇ ਪਰਮਾਤਮਾ ਕਹਿਣ ਲੱਗਿਆ, ਰਵਿਦਾਸ ਤੂੰ ਚਮਿਆਰ ਹੈ, ਸ਼ੂਦਰ ਹੈ, ਜੇ ਮੇਰੇ ਚਰਨਾਂ ਨੂੰ ਸਪਰਸ਼ ਕਰੇਗਾ ਮੈਂ ਭਿੱਟ ਜਾਵਾਂਗਾ। ਤੇ ਰਵਿਦਾਸ ਜੀ ਉੱਥੇ ਹੀ ਖਲੋ ਗਏ। ਤੇ ਰਵਿਦਾਸ ਸਾਹਿਬਾਨ ਜੀ ਤੋਂ ਰਿਹਾ ਨਹੀਂ ਗਿਆ, ਕਹਿਣ ਲੱਗੇ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ।
ਕਿ ਮਾਇਆ ਨੂੰ ਧਾ ਜਾਣ ਵਾਲੇ ਮਾਇਆ ਦੇ ਪਤੀ ਮਾਲਕ ਜੀ, ਕੀ ਕਹਿਣਾ ਕਰੀਏ। ਹਿਰਦੇ ਅੰਦਰ ਇਹੋ ਜਿਹਾ ਭਰਮ ਪੈਦਾ ਹੋ ਗਿਆ ਕਿ ਜੈਸਾ ਮਾਨੀਆ ਹੋਏ ਨਾ ਤੈਸਾ। ਵਾਸਤਵ ਵਿੱਚ ਜਿਵੇਂ ਕਿਸੇ ਨੂੰ ਜਿਸ ਤਰ੍ਹਾਂ ਮੰਨਣਾ ਕਰੀਏ ਉਹ ਉਸ ਤਰ੍ਹਾਂ ਅੰਦਰੋਂ ਨਾ ਹੋਵੇ, ਬਾਹਰੋਂ ਕੁਝ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਹੋਵੇ। ਇਹ ਸੰਸਾਰ ਦੇ ਲੋਕਾਂ ਦੀ ਹਾਲਤ ਹੈ। ਅਜੋਕੇ ਸਮਝ ਆਪਾਂ ਮਨੁੱਖਾਂ ਨੂੰ ਦੇਖਦੇ ਹਾਂ, ਇੱਕ ਦੂਜੇ ਨੂੰ ਤੱਕਦੇ ਹਾਂ ਤੇ ਅੰਦਰੋਂ ਮਨੁੱਖ ਗੁਰੂ ਸਰ ਕੁਝ ਸੁਭਾਅ ਹੋਰ ਹੈ ਤੇ ਬਾਹਰੋਂ ਸੁਭਾਅ ਕੁਝ ਹੋਰ, ਦੇਖਣ ਨੂੰ ਕੁਝ ਹੋਰ ਹੈ। ਕੋਈ ਬਿਰਲੇ ਹੀ ਹਨ ਜਿਹੜੇ ਅੰਦਰੋਂ ਵੀ ਸ਼ੁੱਧ ਨੇ ਤੇ ਬਾਹਰੋਂ ਵੀ ਸ਼ੁੱਧ ਨੇ। ਕਹਿਣ ਲੱਗੇ ਮੇਰੇ ਮਨ 'ਚ ਇਹ ਭਰਮ ਪੈਦਾ ਹੋ ਗਿਆ ਕਿ ਆਪ ਜੀ ਦੇ ਦਰਸ਼ਨ ਦੀ, ਆਪ ਜੀ ਨੇ ਮੇਰੀ ਭਜਨ ਬੰਦਗੀ ਨੂੰ ਪ੍ਰਵਾਨ ਕਰਕੇ ਦੀਦਾਰ ਬਖਸ਼ੇ ਨੇ, ਪਰ ਦੂਜੇ ਪਾਸੇ ਹੁਣ ਆਪ ਜੀ ਚਰਨ ਨਹੀਂ ਸਪਰਸ਼ ਕਰਨ ਦਿੰਦੇ। ਮੈਂ ਤਾਂ ਆਪ ਜੀ ਬਵ ਸੁਣਨਾ ਕੀਤਾ, ਆਪ ਜੀ ਪਤਤ ਪਾਵਨ ਹੋ, ਕਿਰਪਾ ਨਿਧਾਨ ਹੋ। ਆਪ ਜੀ ਤਾਂ ਇਸ ਤਾਂ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਤੇ ਹੁਣ ਮਾਲਕ ਜੀ ਮੈਨੂੰ ਚਰਨ ਸਪਰਸ਼ ਨਹੀਂ ਕਰਨ ਦੇ ਨੇ। ਤੇ ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ ਪਰਮਾਤਮਾ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਕਿ ਜਦੋਂ ਤੱਕ ਸਾਡੇ ਅੰਦਰ ਹੰਗਤਾ ਮਮਤਾ ਸੀ, ਮੈਂ ਪੌਣਾ ਸੀ, ਉਦੋਂ ਤੂੰ ਨਹੀਂ ਸੀ। ਹੁਣ ਮੇਰੇ ਅੰਦਰੋਂ ਮੈਂ ਨਿਕਲ ਗਈ, ਖਤਮ ਹੋ ਗਈ। ਅਬ ਤੂੰ ਹੀ ਮੈਂ ਨਾਹੀਂ। ਤੇ ਜਦੋਂ ਗੁਰੂ ਸਵਾਰੇ ਭਗਤ ਰਵਿਦਾਸ ਸਾਹਿਬ ਜੀ ਨੇ ਇਹ ਸਾਰਾ ਸ਼ਬਦ ਉਚਾਰਨ ਕੀਤਾ, ਭਰਮ ਦੀਆਂ ਉਦਾਹਰਣਾਂ ਦਿੱਤੀਆਂ ਕਿ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਿਆ ਭਿਖਾਰੀ, ਅਸ਼ਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਇੱਕ ਰਾਜਾ ਕਹਿੰਦੇ ਸੁੱਤਾ ਪਿਆ, ਸੁੱਤੇ ਪਿਆ ਨੂੰ ਸੁਪਨਾ ਆਇਆ, ਸੁਪਨੇ ਵਿੱਚ ਉਹ ਭਿਖਾਰੀ ਬਣ ਗਿਆ। ਗਵਾਂਢੀ ਦੇਸ਼ ਦੇ ਰਾਜੇ ਨੇ ਹਮਲਾ ਕੀਤਾ, ਉਹ ਰਾਜ ਭਾਗ ਹਾਰ ਗਿਆ, ਦੇਸ਼ ਨਿਕਾਲਾ ਦਿੱਤਾ ਗਿਆ। ਫਿਰ ਕਹਿੰਦੇ ਇਸ ਤਰ੍ਹਾਂ ਉਹ ਸਾਰੀਆਂ ਥਾਵਾਂ 'ਤੇ ਮੰਗਦਾ ਫਿਰਦਾ। ਜਦੋਂ ਅੱਖ ਖੁੱਲ੍ਹੀ ਤੇ ਗੁਰੂ ਸਵਾਰੇ ਉਸੇ ਤਰ੍ਹਾਂ ਸਿਪਾਹੀ ਖਲੋਤੇ ਨੇ, ਉਹ ਰਾਜਾ ਆਪਣੇ ਮਹਿਲਾਂ ਦੇ ਵਿੱਚ ਹੈ। ਤੇ ਉਹ ਕਹਿੰਦੇ ਇੱਕ ਤਰ੍ਹਾਂ ਮਨ 'ਚ, ਰਾਜੇ ਦੇ ਮਨ 'ਚ ਭਰਮ ਪੈਦਾ ਹੋ ਗਿਆ। ਤੇ ਭਗਤ ਜੀ ਕਹਿੰਦੇ ਇਸ ਤਰ੍ਹਾਂ ਵੀ ਮਾਲਕ ਮੇਰੇ ਮਨ ਵਿੱਚ ਭਰਮ ਪੈਦਾ ਹੋਇਆ ਹੈ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਿਆ ਭਿਖਾਰੀ, ਅਸ਼ਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜਲ ਭੂਲ ਪਰੇ, ਅਬ ਕਹਤੇ ਕਹਿ ਨਾ ਆਇਆ। ਕਹਿੰਦੇ ਨੇ ਜਿਸ ਤਰ੍ਹਾਂ ਸਮਾਨ ਅੰਧਕਾਰ ਹੋਵੇ, ਨਾ ਬਹੁਤਾ ਹਨੇਰਾ ਹੋਵੇ ਤੇ ਨਾ ਹੀ ਬਹੁਤੀ ਗੁਰੂ ਸਵਰੇ ਚਾਨਣ ਹੋਵੇ। ਹਨੇਰੇ ਵਿੱਚ ਕਹਿੰਦੇ ਰੱਸੀ ਪਈ ਹੋਵੇ ਨਾ, ਉਹ ਦੇਖਣ ਨੂੰ ਸੱਪ ਜਾਪਦੀ ਹੈ ਤੇ ਦੇਖਣ ਵਾਲੇ ਦੇ ਮਨ 'ਚ ਡਰ ਪੈਦਾ ਹੁੰਦਾ ਕਿ ਸੱਪ ਆ ਗਿਆ। ਪਰ ਜਦੋਂ ਲਾਈਟ ਵਾਲੀ ਦੀਵਾ ਬਾਲਿਆ ਤੇ ਦੀਵਾ ਬਾਲ ਕੇ ਪਤਾ ਕੀਤਾ ਤਾਂ ਰੱਸੀ ਹੈ, ਸਾਡੇ ਮਨ 'ਚ ਐਵੇਂ ਡਰ ਪੈਦਾ ਹੁੰਦਾ ਸੀ। ਕਹਿੰਦੇ ਇਸ ਤਰ੍ਹਾਂ ਭਰਮ ਦੀਆਂ ਉਦਾਹਰਣਾਂ ਦੇਣਾ ਕੀਤੀਆਂ। ਤੇ ਗੁਰੂ ਸਵਾਰਿਓ ਕਹਿਣ ਦਾ ਭਾਵ ਕਿ ਜਦੋਂ ਤੱਕ ਹਿਰਦੇ ਅੰਦਰ ਮੈਂ ਹੈ ਤੇ ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜਦੋਂ ਮਨ ਵਿੱਚ ਮੈਂ ਹੈ, ਭਜਨ ਬੰਦਗੀ ਮਨੁੱਖ ਕਰਦਾ ਹੈ, ਪਰ ਮਨ ਵਿੱਚ ਇਹ ਮਾਣ ਹੁੰਦਾ, ਹੰਕਾਰ ਹੁੰਦਾ ਕਿ ਮੈਂ ਬੰਦਗੀ ਕਰਦਾ ਹਾਂ, ਮੈਂ ਬਾਣੀ ਪੜ੍ਹਦਾ, ਮੈਂ ਸੇਵਾ ਕਰਦਾ, ਮੈਂ ਅੰਮ੍ਰਿਤ ਵੇਲੇ ਉੱਠਦਾ। ਇਸ ਤਰ੍ਹਾਂ ਮਨੁੱਖ ਦੇ ਮਨ ਵਿੱਚ ਇਹ ਮੈਂ ਪਾਉਣਾ ਹੁੰਦਾ ਹੈ, ਮੈਂ ਨੂੰ ਮਿਟਾਉਣਾ ਹੈ। ਤੇ ਰਵਿਦਾਸ ਸਾਹਿਬਾਨ ਜੀ ਦੇ ਮਨ ਵਿੱਚੋਂ ਮੈਂ ਪਾਉਣਾ ਮੁੱਕਿਆ ਤੇ ਰਵਿਦਾਸ ਸਾਹਿਬਾਨ ਜੀ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦੇਣਾ ਕੀਤਾ। ਪਰਮੇਸ਼ਰ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਨੇ, ਕਹਿੰਦੇ ਨੇ ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਮਾਲਕ ਜੀ ਤੋਹੀ ਮੋਹੀ, ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਕਿਹੋ ਜਿਹਾ ਅੰਤਰ ਹੈ। ਕਹਿੰਦੇ ਇਸ ਤਰ੍ਹਾਂ ਹੈ ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਨੇ,
सोने के गहने तैयार होंदे ने ना, आप कहते ना रखे ने ये छाप है, ये मुंदरी है, ये बालियाँ ने, ये कांठे ने, ये हार है, ये कड़ा है तो वो सोने दे ने, पर उहदे गहने तैयार किए गए, उन्हों का बखरा बखरा नाम रखा गया। पर सुनियारे की निगाह दे जिहड़ा तैयार करता गहणियां उहदी निगाह विच गुरु सरे वो सोना है। जदों वो कठाली विच उहनूं ढालदा ना तो वो सारे फिर सोने की एक डली बन जाती है। तो इस तरह जीव ते ईश दे विच भी यही फर्क है। परमात्मा दी विचों ही असी पैदा होए हैं। परम आत्मा जी सारिया आत्मा का मालक नूं कहंदे परमात्मा। जीव एक आत्मा, एक बूंद है ते है उहदा ही रूप है। क्योंकि रोजाना आप पढ़ते हैं, विस संसार तुम देख दे एहो हर का रूप है, हर रूप नदरी आया, गुर प्रसादी बुझिया जा बेखा हर एक है। गल ना गुरु की प्रसाद किरपा की गल होनी है ना। जो गुरु वाले नहीं बनते, जो तक खंडे बाटे की पौड़ नहीं छकते, फिर अपनी रहत विच परपक्क नहीं रहते, उदों तक गुरु सर इस अवस्था का पता नहीं लगेगा। फिर कहते जल तरंग जैसा, जिमें समुंदर विच तरंगां पैदा होंदियां हवा चलण दे नाल, तूफान आया, तरंगां पैदा हुईयां, हवा बंद हो गई तो फिर वो तरंगां फिर गुरु सवारे उस समुंदर में जाके समा जांदियां ने। इस तरह हे मालक जी तेरे ते मेरे विच इन्ना को फर्क है। जदों इहो जी अवस्था बनती ना, फिर गुरु सवारियो फिर वो जीव दे अंदरों मैंपना मुकदा है। तो ही मोही मोही तो ही अंतर कैसा, कनक कटक जल तरंग जैसा, जो पै हमना पाप करंता, अहे अनंता, पतत पावन माधो कैसे हंता। तुम जो नायक आशो अंतर जामी, प्रभ ते जन जानी जै, जन को स्वामी शरीर आराध है। भगत रविदास जी कहते ने शरीर आराध है, मोको विचार देहो, रविदास समदल समझावे सो। कहते मालक जे तुहानू पतत पावन आख्या जाता, भगत रविदास जी परमेश्वर नाल गल्लां करदे ने, कहते प्रभु जी देखो तुहानू आख्या दा पतत पावन, पापियां दा उद्धार करने वाले। पर मालक जी जे असी जीव अल्पग जीव पाप नहीं करते, तुहानू पतत पावन किने आखना सी। पतत पावन तो ताइयों आख्या जा रहा जब आप पाप कर रहे हैं। फिर कहते तुसी सानू पापियां नू तारन वाले, फिर आप जी पतत पावन बन गए, कृपा दे निधान खजाने बन गए। कहते ने मेरा शरीर तुहाडी रद्द ना कर है, शरीर अरद्द है। जिमें आप सरीरक तौर पर गुरु की हजूरी में बहते हैं, कथा कीर्तन सुनते हैं, तो बहुत तादाद में साडा मन जिहड़ा ना 10 दिशां में उडारियां मार रहे हैं। अमृत वेले बहते हैं, चौंकड़ा मारते, गुरमंत्र मूल मंत्र का अभ्यास किया जाता, तो नितनेम करते हैं, पंजा बाण नितने सुखनी सा, कई गुरमुख प्यारे आसा की वारी वध तो वध बाणी पढ़ते हैं, जिन्होंने उत्ते गुरु की बख्शिश है। पर बहुत तादाद विच आपां सरीरक तौर पर राध रहे हैं, मन करके नहीं राध्या जा रहा। तो रविदास जी कहन लगे परमात्मा मेरी भी हालत इहो जी है, शरीर आराध है, मोको विचार दो, मैनू आप जी श्रेष्ठ विचार दवो। सरीरक तौर पर मैं आप जी की आराधना कर रहा हाँ। रविदास समदल समझावे, ताकि उस विचार के राही रविदास अपने आप को चंगी तरह समझा सके, ताकि रविदास का मन केंद्रित हो सके। तो गुरु सवारियो कहण दा भाव है, जदों तक मनुख के मन विच मैं है, उदों तक मनुख नूं परमात्मा की प्राप्ति नहीं हो सकती है। विचार चल रही सी
तो कई गुरमुख प्यारे जिन्हां उत्ते बड़ी गुरु की बख्शिश है, वो अमृत वेले उठते नाम बाणी का अभ्यास करते हैं, पर अंदरों मैं नहीं जाती। तो कई लोड़वंदां की सहायता करते हैं, लोड़वंदां के घर विच राशन पानी पहुँचा देना, उनकी समय अनुसार उन्होंने मदद करनी, ये वधिया गल है, इंसानियत का रिश्ता ही है। पर उन्होंने मन कई इस तरह के पदेखे जाते हैं कि सहायता जरूर करते लोड़वंदां की, पर बहुत तादाद दे विच जे किसी नूं 5 किलो आटा भी दिता ना, तो अखबारां दे विच अपनियां फोटोआं छपाते फिरते हैं, TV चैनलों उत्ते दिखाते फिरते हैं। इहदे विच की है? मैं इस तरह का कीता होया दान फलदा नहीं है। गुरु की किरपा दे आपां पात्र नहीं बनांगे। इस करके ये साडे अंदर भरम पैदा होया है। आपां किसी नूं की दान दे सकते हैं? आपां तां खुद भिखारी हाँ। परमात्मा सारियां नूं दातां दिंदा है, वो प्रतिपालना करदा है, तो उही गुरु सवारे सानूं दातां देण वाला, तो आपां उहदी दित्तियां होईयां दातां नूं गां वंड रहे ने। बस दातां परमात्मा दियां ने, तो वंडण वाले हाथ परमात्मा ने सानू दे दिते। जदों ये सानू समझ आ गई ना इस गल की, तो उदों फिर किसी ने भी अपना आप नहीं जनाना कि मैं ये करदा कि नहीं। वो कहता वे गुरु असीं नहीं करते, गुरु का दिता होया धन सी, उहदे राही फिर ये खर्चना किया, गुरु ने ही किरपा करके ये सारा जिन्ना निर्वाह कराना किया है। फिर वो कदे भी अपने आप को मुख नहीं रखता, वो गुरु नूं सन्मुख रखता, परमेश्वर नूं सन्मुख रखता कि मेरे मालक ने ही कृपा की है। सो सतगुरु इत्थे वचन करते ने, कहते कत को डहकावो लोगा मोहन दीन कृपाई। हे लोगो, कत को डहकावो, क्यों तू इस तरह अपने मन नूं डलांदा फिरदा है, क्यों तू भटकणा विच तुरिया फिरदा है। तैनू पता है जिहड़ा मोहन मन नूं मोहन वाला परमेश्वर वाहिगुरू है, वो दीन कृपाई। दीन का अर्थ है गरीब, कृपाई का अर्थ है कृपा, कि दीना उत्ते वो कृपा करन वाला, दीना उत्ते मेहर करन वाला है। ऐ मनुख तू क्यों एवें भटकदा फिरदा, डोल ना। आपां रोज़ाना पढ़ते हैं कि गुरु साहिबान के चरणों च इंज बेनती कर कि डंडौत बंदन अनक वार, सर्व कला समरथ, डोलन ते राखो प्रभु, नानक दे कर हाथ। डंडे बत अपने गोडे भी सीधे करने, हाथ भी सीधे कर लेने ने। इस तरह कहते तू अपने गुरु नूं, प्रभु नूं नमस्कार कर। डंडौत बंदन एक बार नहीं, अनक बार, अनेकों वारी कर। जिहड़ा सर्व कला समर्थ है, सर्वशक्तिमान है, ऐसे प्रभु के चरणों च बेनती कर कि मालक जी कृपा करो, डोलन ते राखो प्रभु, नानक दे कर हाथ। जिहड़े तत्त बेते गुरमुख प्यारे जिहड़े नाम बाणी का अभ्यास करते हैं, वो दसदे हुंदे ने कि जदों भाई तुसीं सिमरन करदे ने ना, सिमरन करदियां समय तुहाडा मन इधर उधर खिंड जावे, मन भटकना विच पै जावे, तो उदों फिर ये सलोक पढ़ लिया करो। कहते गुरु साहिबान के चरणों च नाले अरदास बेनती हो जाती है कि सच्चे पातशाह कृपा करो, डोलन ते राखो प्रभु, नानक दे कर हाथ। कहते फिर जो इस तरह अरदास बेनती करांगे ना, फिर गुरु ने अपने आप कृपा करके साडा खिंडिया हुआ मन एक थां ते केंद्रित कर देना है। गुरमुख प्यारे इस तरह अभ्यास करते हैं, वो मूल मंत्र पढ़ते हैं, मूल मंत्र तो मन आ गया फिर गुरमंत्र पढ़न लग पैंदे ने। जे गुरमंत्र तो मन अक गया फिर वो जपजी साहिब शुरू कर देंगे ने, तो जपजी साहिब तो मन अक गया फिर वो जाप साहिब शुरू कर देंगे ने। इस तरह वो अपने समय नूं अजाई नहीं जान देंगे, सारा दिन कुछ ना कुछ वो गुरबाणी नूं पढ़ते रहंदे ने। ते कई गुरमुख प्यारे इहो जिन जिन्हां उत्ते बड़ी बख्शिश है, वो सहज पाठ करते हैं, सहज पाठ साहिब करते हैं। इस तरह भोग महीने बाद या महीने 2 बारी भोग पा देंगे ने। ये गुरु की किरपा तो बिना नहीं गुरु सरे कुछ भी होंदा। पर जिन्ना भी सानू समा मिलिया, समय नूं आपां संभालना है।
ਗੁਰਮੁਖਾਂ ਦੀ ਸੰਗਤ ਕਰਨੀ। ਜਿਹੜੇ ਗੁਰਮੁਖ ਜਨ ਆਪ ਨਾਮ ਜਪਦੇ ਨੇ ਤੇ ਦੁਨੀਆ ਦੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਦਾ ਮੈਸੇਜ ਦਿੰਦੇ ਨੇ ਕਿ ਭਾਈ ਗੁਰੂ ਸਾਡੇ ਗੁਰੂ ਦਾ ਹੁਕਮ ਹੈ, ਅਸੀਂ ਹੁਕਮ ਦੀ ਪਾਲਣਾ ਕਰਨੀ ਹੈ। ਗੁਰੂ ਦੇ ਦਰ ਦਾ ਵਫਾਦਾਰ ਬਣ ਕੇ ਰਹਿਣਾ। ਆਪਾਂ ਕਿਸ ਤਰ੍ਹਾਂ ਭਜਣਾ ਹੈ, ਕਿਸ ਤਰ੍ਹਾਂ ਚੇਤੇ ਕਰਨਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਪੁੱਛੋ, ਕਹਿੰਦੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਪ੍ਰਮਾਨ ਕਰਦੇ ਨੇ, ਕਹਿੰਦੇ ਜਿਵੇਂ ਕੂਕਰ ਦੀ ਉਦਾਹਰਣ ਦੇਣਾ ਕੀਤੀ ਹੈ ਕਿ ਜਿਸ ਤਰ੍ਹਾਂ ਕੂਕਰ ਪਾਲਤੂ ਕੂਕਰ ਮਾਲਕ ਨੇ ਆਪਣੇ ਘਰ ਵਿੱਚ ਰੱਖਿਆ ਹੁੰਦਾ। ਕਈ ਵਾਰੀ ਮਾਲਕ ਆਪਣੇ ਪਾਲਤੂ ਕੂਕਰ ਨੂੰ ਮਾਰਦਾ ਵੀ ਹੈ, ਕੁੱਟਦਾ ਵੀ ਹੈ। ਅਤੇ ਕੂਕਰ ਵਿੱਚ ਇਹ ਗੁਣ ਹੈ ਗੁਰੂ ਸਵਾਰਿਓ, ਜੋ ਕੁੱਤੇ ਨੂੰ ਆ ਪ੍ਰਸ਼ਾਦਾ ਪਾਈ ਨਾ, ਚਾਹੇ ਮਾਲਕ ਇੱਕ ਪ੍ਰਸ਼ਾਦਾ ਪਾਏ, ਬੁਰਕੀ ਪਾਵੇ, ਦੋ ਪਾਵੇ, ਅਤੇ ਕੂਕਰ ਆਪਣੀ ਪੂੰਛ ਹਿਲਾਉਂਦਾ ਹੈ। ਉਹ ਪੂੰਛ ਕੰਨ ਖੜੇ ਕਰਦਾ। ਮਾਲਕ ਉਹ ਮੈਸੇਜ ਦਿੰਦਾ ਕਿ ਮਾਲਕ ਦਾ, ਆਪਣੇ ਮਾਲਕ ਦਾ ਧੰਨਵਾਦ ਕਰਦਾ ਕਿ ਮੇਰੇ ਮਾਲਕਾ ਤੇਰਾ ਧੰਨਵਾਦ ਹੈ ਤੇ ਮੈਨੂੰ ਖਾਣ ਲਈ ਰੋਟੀ ਦੇਣਾ ਕੀਤੀ, ਖਾਣ ਲਈ ਰੋਟੀ ਦੇਣਾ ਕੀਤੀ ਹੈ, ਪੀਣ ਲਈ ਪਾਣੀ ਦੇਣਾ ਕੀਤਾ ਹੈ। ਉਹ ਵੱਖਰੀ ਗੱਲ ਹੈ, ਕੁੱਤੇ ਨੂੰ ਬੇਸ਼ੱਕ ਭੁੱਖ ਹੋਵੇ, 4 ਪ੍ਰਸ਼ਾਦੇ ਦੀ ਆਪਾਂ 2 ਪਾ ਦਈਏ, ਉਹਨੇ ਜਿੰਨੇ ਪਾਤੇ ਉਨੀ ਉਹਦੇ ਸਬਰ ਸੰਤੋਖ ਰੱਖਣਾ। ਤੇ ਮਾਲਕ ਮਾਰੇ ਕੁੱਟੇ ਜੋ ਮਰਜ਼ੀ ਕਰੇ ਤੇ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ। ਤੇ ਗੁਰੂ ਦੇ ਸਿੱਖ ਦਾ ਜੀਵਨ ਵੀ ਇਹੋ ਜਿਹਾ ਹੋਣਾ ਚਾਹੀਦਾ। ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਝਿੜਕਾ ਮਾਰਦਾ ਨਾ, ਕਹਿੰਦੇ ਨੇ ਸਿਆਣਿਆਂ ਦਾ ਕਥਨ ਹੁੰਦਾ ਹੈ ਕਿ ਸਿਆਣਿਆਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ। ਇਹ ਕਥਨ ਹੈ, ਕਹਾਣ ਬਣਿਆ ਹੋਇਆ ਕਿ ਜਦੋਂ ਗੁਰੂ ਸਾਹਿਬਾਨ ਝਿੜਕਣ ਆਪਣੇ ਸਿੱਖ ਨੂੰ, ਕਹਿੰਦੇ ਸਿੱਖ ਨੂੰ ਬਸ ਗੁਰੂ ਦੀ ਝਿੜਕ ਵੀ ਮਿੱਠੀ ਲੱਗਦੀ ਕਿ ਚਲੋ ਮੈਂ ਗੁਰੂ ਦੀ ਨਿਗਾਹ ਵਿੱਚ ਤਾਂ ਹੈ, ਮੇਰਾ ਗੁਰੂ ਮੈਨੂੰ ਝਿੜਕ ਰਿਹਾ ਏ, ਇਹਦਾ ਮਤਲਬ ਕੀ ਹੈ ਕਿ ਮੈਂ ਗੁਰੂ ਦੀ ਨਿਗਾਹ ਵਿੱਚ ਹਾਂ, ਗੁਰੂ ਦੀ ਨਿਗਾਹ ਮੇਰੇ ਵੱਲ ਹੈ। ਜੇ ਗੁਰੂ ਬਖਸ਼ਦਾ ਨਾ, ਵਡਿਆਈ ਦਿੰਦਾ, ਮਾਣ ਸਨਮਾਨ ਦਿੰਦਾ, ਕਹਿੰਦੇ ਇਹਦੇ ਵਿੱਚ ਫਿਰ ਗੁਰੂ ਦੀ ਵਡਿਆਈ ਕਰਨੀ ਹੈ। ਇਹ ਗੁਰੂ ਵਿੱਚ ਉਦੋਂ ਵੀ ਗੁਰੂ ਦਾ ਧੰਨਵਾਦ ਕਰਨਾ ਕਿ ਮੇਰੇ ਗੁਰੂ ਦੇ ਲੱਖਾਂ ਹਜ਼ਾਰਾਂ ਸਿੱਖ ਨੇ ਪਰ ਮਾਣ ਸਨਮਾਨ ਵਡਿਆਈ ਮੈਨੂੰ ਦੇ ਰਹੇ ਆ। ਦੇਖੋ ਬਾਬਾ ਬਿਧੀ ਚੰਦ ਜੀ ਦੁਸ਼ਾਲੇ ਲੈ ਕੇ ਆਏ ਨੇ, ਘੋੜੇ ਲੈ ਕੇ ਆਏ ਨੇ, ਦਿਲਬਾਗ ਤੇ ਗੁਲਬਾਗ। ਤੇ ਕੱਲ੍ਹ ਕੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਥਾਪੜਾ ਦਿੱਤਾ ਨਾ ਕਿ ਬਿਧੀ ਚੰਦ ਜੀ ਨੂੰ ਕਿ ਦੇਖ ਤੁਸੀਂ ਬਹੁਤ ਵਧੀਆ ਕੰਮ ਕੀਤਾ, ਤੇ ਬਾਬਾ ਬਿਧੀ ਚੰਦ ਜੀ ਨੇ ਹੱਥ ਜੋੜੇ ਕਹਿਣ ਲੱਗੇ ਪਾਤਸ਼ਾਹ ਮੈਂ ਨਹੀਂ ਕੀਤਾ, ਇਹ ਤਾਂ ਸਰੀਰ ਨੇ ਕਿਰਿਆ ਕੀਤੀ ਹੈ, ਕਰਵਾਉਣ ਵਾਲੇ ਪਾਤਸ਼ਾਹ ਤੁਸੀਂ ਹੋ। ਮੇਰੇ ਵਿੱਚ ਕਿੱਥੇ ਤਾਕਤ ਸੀ ਕਿ ਬਾਦਸ਼ਾਹ ਦੇ ਗੜ੍ਹ ਵਿੱਚ ਜਾ ਕੇ ਉਹਦੇ ਕਿਲੇ ਦੇ ਅੰਦਰ ਪ੍ਰਵੇਸ਼, ਉੱਥੇ ਰਹਿ ਕੇ ਮੈਂ ਦੋਨੋਂ ਘੋੜੇ ਲੈ ਕੇ ਆਵਾਂ, ਦੁਸ਼ਾਲੇ ਲੈ ਕੇ ਆਵਾਂ। ਮੇਰੇ ਪਾਤਸ਼ਾਹ ਜੀ ਤੁਹਾਡਾ ਥਾਪੜਾ ਸੀ, ਤੁਹਾਡੀ ਕਿਰਪਾ ਸੀ, ਤੁਹਾਡੀ ਕਿਰਪਾ ਦੇ ਰਾਹੀਂ ਸਭ ਕੁਝ ਹੋਇਆ ਹੈ। ਤੇ ਇਸ ਤਰ੍ਹਾਂ ਫਿਰ ਉਹ ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ, ਹਰ ਸਮੇਂ ਆਪਣੇ ਗੁਰੂ ਨੂੰ ਸਨਮੁਖ ਰੱਖਦੇ ਨੇ, ਪ੍ਰਭੂ ਨੂੰ ਸਨਮੁਖ ਰੱਖਦੇ ਨੇ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਇਸ ਤਰ੍ਹਾਂ ਜਿਵੇਂ ਕੂਕਰ ਨੂੰ ਮਾਲਕ ਕਹਿੰਦੇ ਮਾਰਦਾ ਕੁੱਟਦਾ ਹੈ, ਇੱਕ ਪ੍ਰਸ਼ਾਦਾ 2 ਪਾਵੇ ਤੇ ਕੁੱਤਾ ਫਿਰ ਵੀ ਪੂੰਛ ਹਿਲਾਉਂਦਾ, ਕਦੇ ਆਪਣੇ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਭਾਈ ਤੂੰ ਵੀ ਇਸ ਪਾਲਕ ਦਾ ਸਿਮਰਨ ਕਰਨਾ, ਇੱਕ ਮਨ ਇੱਕ ਚਿੱਤ ਹੋ ਕੇ ਉਸ ਮਾਲਕ ਦੀ ਆਰਾਧਨਾ ਕਰ, ਉਸ ਮਾਲਕ ਨੂੰ ਚੇਤੇ ਕਰ। ਜਿਹੜਾ ਪ੍ਰਭੂ ਦਾ ਪਿਆਰਾ ਨਾ, ਉਹ ਕਦੇ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਜਿਨ੍ਹਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਹੈ ਨਾ, ਗੁਰੂ ਸਵਾਰੇ ਦੇਖੋ ਗੁਰੂ ਨਾਲ ਪ੍ਰੇਮ ਦੀਆਂ ਖੇਡਾਂ ਨੇ ਕਿ ਜਿੰਨੀ ਮਰਜ਼ੀ ਔਂਕੜ ਦਾ ਸਮਾਂ ਹੋਵੇ ਨਾ, ਔਂਕੜ ਦੇ ਸਮੇਂ ਵੇਲੇ ਵੀ ਉਹ ਆਪਣੇ ਗੁਰੂ ਦੇ ਦਰਸ਼ਨ ਦੀਦਾਰੇ ਕਰਨ ਲਈ ਗੁਰੂ ਸਾਹਿਬਾਨ ਦੇ ਕੋਲ ਪਹੁੰਚਦੇ ਨੇ। ਹੁਣ ਦੇਖੋ ਜਿਹੜਾ ਇਹ ਸਮਾਂ ਚੱਲ ਰਿਹਾ ਹੈ, ਪਿੱਛੇ ਲੋਕਡਾਊਨ ਹੋਇਆ ਸੀ
ਤੇ ਲੋਕ ਆਪਣੇ ਘਰਾਂ 'ਚ ਬਿਲਕੁਲ ਬਾਹਰ ਨਹੀਂ ਨਿਕਲ ਸਕਦੇ ਸੀ। ਤੇ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਸੀ ਨਾ, ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਬਚਾ ਕੇ ਫਿਰ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਸੀ ਕਿ ਨਹੀਂ, ਆਪਾਂ ਗੁਰੂ ਸਾਹਿਬਾਨ ਦੇ ਦਰ 'ਤੇ ਜਾ ਕੇ ਸਤਿਗੁਰਾਂ ਦੇ ਦੀਦਾਰ ਕਰਨੇ ਨੇ। ਸਾਡਾ ਨਿੱਤ ਦਾ ਨਿਯਮ ਬਣਿਆ ਹੋਇਆ ਕਿ ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨੇ, ਫਿਰ ਆਪਣਾ ਜਲ ਪਾਣੀ ਇਤਿਆਦਿਕ ਛਕਣਾ, ਕੰਮ ਧੰਦੇ ਕਰਨੇ। ਉਹਨਾਂ ਨੇ ਆਪਣੀ ਰੂਟੀਨ ਨੂੰ, ਨਿੱਤ ਦੀ ਜੋ ਬਣਾਈ ਹੋਈ ਹੈ, ਨਿਯਮ ਬਣਾਇਆ ਹੋਇਆ, ਉਹਨੂੰ ਭੰਗ ਨਹੀਂ ਹੋਣ ਦਿੱਤਾ। ਇਹ ਹੈ ਪ੍ਰੇਮ। ਕਹਿੰਦੇ ਇਸੇ ਤਰ੍ਹਾਂ ਭਾਈ ਤੂੰ ਆਪਣੇ ਗੁਰੂ ਨੂੰ ਇੱਕ ਮਨ ਹੋਏ, ਇੱਕ ਚਿੱਤ, ਇਕਾਗਰ ਚਿੱਤ ਹੋ ਕੇ, ਕਹਿੰਦੇ ਇੱਕ ਮਨ ਹੋ ਕੇ ਉਸ ਮਾਲਕ ਨੂੰ ਅਰਾਧਨਾ ਕਰ, ਮਾਲਕ ਨੂੰ ਚੇਤੇ ਕਰ। ਤਾਂ ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਤੈਨੂੰ ਆਪਣੇ ਮਨ 'ਚੋਂ ਭਟਕਣਾ ਕੱਢਣੀ ਪਵੇਗੀ। ਜਿਹੜਾ ਮਨ ਭਟਕਦਾ ਨਾ, ਉਹਨੂੰ ਦੂਰ ਕਰ। ਕਤ ਕੋ ਡਹਿਕਾਵੋ ਲੋਗਾ, ਹੇ ਲੋਗੋ ਤੂੰ ਕਿਉਂ ਇਸ ਤਰ੍ਹਾਂ ਭਾਈ, ਤੁਸੀਂ ਕਿਉਂ ਇਸ ਤਰ੍ਹਾਂ ਕਹਿੰਦੇ ਭਟਕਣਾ ਦੇ ਵਿੱਚ ਹੋ, ਕਿਉਂ ਡੋਲਦੇ ਫਿਰਦੇ ਹੋ। ਮੋਹਣ ਦੀਨ ਕਿਰਪਾ, ਜਿਹੜਾ ਮਨ ਨੂੰ ਮੋਹਣ ਵਾਲਾ ਪ੍ਰਭੂ ਪਰਮਾਤਮਾ ਨਾ, ਉਹ ਕਹਿੰਦੇ ਦੀਨ ਕਿਰਪਾਈ, ਦੀਨਾਂ ਜਿਹੜੇ ਗਰੀਬ ਨਿਮਾਣੇ ਨੇ ਉਹਨਾਂ ਉੱਤੇ ਕਿਰਪਾਈ, ਉਹ ਬਖਸ਼ਿਸ਼ ਕਰਦਾ ਹੈ, ਮਿਹਰ ਕਰਦਾ ਹੈ। ਐਸੀ ਜਾਨ ਪਾਈ ਸਰਣ ਸੂਰੋ ਗੁਰ ਦਾਤਾ, ਰਾਖੈ ਆਪ ਬੜਾਈ। ਤੇ ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ ਕਿ ਐਸੀ ਜਾਨ ਪਾਈ, ਕਿ ਗੁਰੂ ਸਾਹਿਬਾਨ ਦੀ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਗੁਰੂ ਵਾਲੇ ਬਣ ਕੇ ਮੈਨੂੰ ਇਸ ਗੱਲ ਦੀ ਸਮਝ ਆ ਗਈ, ਇਸ ਤਰ੍ਹਾਂ ਦੀ ਸਮਝ ਮੇਰੇ ਅੰਦਰ ਪੈਦਾ ਹੋਈ ਹੈ। ਕਿਹੜੀ ਸਮਝ? ਕੀ ਪਤਾ ਲੱਗਿਆ ਕਿ ਸਰਣ ਸੂਰ ਗੁਰ ਦਾਤਾ, ਰੱਖ ਆਪ ਬੜਾਈ, ਕਿ ਗੁਰੂ ਕੀ ਹੈ? ਇੱਕ ਸੂਰਮਾ ਹੈ। ਜਦੋਂ ਕਹਿੰਦੇ ਸੂਰਮੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਸੂਰਮੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਈਏ, ਕਹਿੰਦੇ ਫਿਰ ਉਹ ਵਾਹਿਗੁਰੂ ਆਪ ਹੀ ਕਹਿੰਦੇ ਆਪਣੇ ਜਾਣ ਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਏ। ਉਹਦੀ ਇਹ ਵਡਿਆਈ ਹੈ, ਆਪਣੇ ਪਿਆਰਿਆਂ ਨੂੰ ਵਡਿਆਈ ਮਾਣ ਸਨਮਾਨ ਦਿੰਦਾ। ਉਹਦੇ ਵਿੱਚ ਇਹ ਗੁਣ ਨੇ ਕਿ ਜਿਹੜਾ ਮਾਲਕ ਦੀ ਸ਼ਰਨ ਤੱਕ ਲੈਂਦਾ ਨਾ, ਫਿਰ ਉਹਨੂੰ ਬੇਪਰਵਾਹ ਹੋ ਜਾਂਦੇ ਨੇ। ਬੇਪਰਵਾਹ, ਕਿਸੇ ਦੀ ਪਰਵਾਹ ਨਹੀਂ ਰਹਿੰਦੀ, ਬੇਪਰਵਾਹ। ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ। ਪਰ ਉਹ ਅਵਸਥਾ ਉਹਨਾਂ ਦੀ ਬਣਦੀ ਜਿਨ੍ਹਾਂ ਦੇ ਅੰਦਰ ਗੁਰੂ ਸਵਾਰਿਓ ਇਹ ਨਾਮ ਦਾ ਰੰਗ ਪੈਦਾ ਹੁੰਦਾ ਹੈ। ਤੇ ਗੁਰਬਾਣੀ ਵਿੱਚ ਪੰਜਵੇਂ ਗੁਰ ਦੇ ਮਹਾਰਾਜ ਨੇ ਬਚਨ ਕੀਤੇ ਨੇ, ਆਪਾਂ ਕਈ ਵਾਰੀ ਸ਼ਰਵਣ ਕੀਤੇ ਨੇ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ, ਕਿ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂਕੈ, ਜਾ ਕਾ ਸਤਿਗੁਰ ਪੂਰਾ। ਤੇ ਪਾਤਸ਼ਾਹ ਫਿਰ ਉਸ ਗੁਰੂ ਸੂਰਮਾ ਕਹਿੰਦੇ ਨੇ। ਹੁਣ ਸੂਰਮਿਆਂ ਦੀ ਜਿਹੜੀ ਪਰਿਭਾਸ਼ਾ ਹੈ ਵਿਦਵਾਨਾਂ ਨੇ ਵੱਖਰੇ ਵੱਖਰੇ ਤਰੀਕੇ ਨਾਲ ਵਰਣਨ ਕੀਤੀ ਹੈ। ਇੱਕ ਹੁੰਦਾ ਹੈ ਸੂਰਮਾ, ਇਕੱਲੇ ਨਾ ਇਕੱਲਾ ਲੜੇ, ਤੇ ਉਹਨੂੰ ਕਹਿੰਦੇ ਇਹ ਮੂਰਖ, ਇਹ ਜਿਹੜਾ ਜੀਵ ਹੈ ਸੂਰਮਾ ਹੈ। ਇੱਕ ਹੁੰਦਾ ਹੈ ਮਹਾਰਥੀ ਸੂਰਮਾ, ਮਾਨੋ 10-15 ਬੰਦਿਆਂ ਨਾਲ ਇਕੱਲਾ ਜੂਝਣ ਲਈ ਤਿਆਰ ਹੋ ਜਾਵੇ ਤੇ ਜੂਝਦਾ ਜਾਂ ਸ਼ਹਾਦਤ ਦਾ ਜਾਮ ਪੀ ਲਾ ਜਾਂ ਉਹਨਾਂ ਨੂੰ ਖਤਮ ਕਰ ਦੇਵੇ, ਕਹਿੰਦੇ ਇਹ ਮਹਾਰਥੀ ਸੂਰਮਾ। ਇੱਕ ਹੁੰਦਾ ਅਤਰਥੀ ਸੂਰਮਾ, ਇੱਕ ਪਾਸੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੋਣ, ਇੱਕ ਪਾਸੇ ਇਕੱਲਾ ਹੋਵੇ, ਜੂਝਣ ਲਈ ਤਿਆਰ ਹੋ ਜਾਵੇ, ਉਹਨੂੰ ਆਤਰਥੀ ਸੂਰਮੇ ਆਖਿਆ ਜਾਂਦਾ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਇੱਕ ਸਿੰਘ ਗੁਰੂ ਸਰ ਆਤਰਥੀ ਸੂਰਮਾ ਸੀ। ਇੱਕ ਪਾਸੇ 10 ਲੱਖ ਫੌਜ, ਇੱਕ ਪਾਸੇ 5-5 ਸਿੰਘਾਂ ਦਾ ਜੱਥਾ, 6-6 ਸਿੰਘਾਂ ਦਾ ਜੱਥਾ ਚਮਕੌਰ ਦੀ ਗੜੀ ਵਿੱਚੋਂ ਬਾਹਰ ਨਿਕਲਦਾ। ਪਤਾ ਹੈ ਕਿ ਉੱਥੇ ਮੈਦਾਨੇ ਜੰਗ ਵਿੱਚ ਜਾਵਾਂਗੇ ਤੇ ਵਾਪਸ ਨਹੀਂ ਜਿੰਦੇ ਆਵਾਂਗੇ, ਉੱਥੇ ਸਾਡੇ ਸਰੀਰ ਖਤਮ ਹੋ ਜਾਣਗੇ, ਜਿੰਦ ਨਿਕਲ ਜਾਵੇਗੀ। ਪਰ ਬੇਪਰਵਾਹ ਸਨ। ਕਿਆ ਕਾਰਨ ਕੀ ਸੀ? ਜਿੱਥੇ ਗੁਰੂ ਦਾ ਥਾਪੜਾ ਸੀ ਉੱਥੇ ਨਾਮ ਦਾ ਰੰਗ ਸੀ,
ਗੁਰਬਾਣੀ ਦੀ ਲਾਲੀ ਸੀ, ਜਿਸ ਕਰਕੇ ਗੁਰੂ ਸਰੇ ਜੂਝਣ ਲਈ ਉਹ ਤਿਆਰ ਹੋ ਗਏ। ਇੱਕ ਹੁੰਦਾ ਹੈ ਸੂਰਮਾ, ਉਹ ਇਹ ਤਾਂ ਮੈਦਾਨੇ ਜੰਗ ਦੇ ਸੂਰਮੇ ਦੀ ਗੱਲ ਹੈ ਨਾ। ਇੱਕ ਸੂਰਮਾ ਉਹ ਜਿਹਨੂੰ ਨਾਮ ਦਾ ਰੰਗ ਲੱਗਿਆ ਹੋਵੇ ਨਾ, ਜਿਹਨੇ ਆਤਮ ਜਿਹਨੇ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਨੇ ਜਿਹੜੇ ਇਹੋ ਜਿਹੀ ਅਵਸਥਾ ਦਾ ਧਾਰਨੀ ਬਣ ਗਿਆ, ਅਸਲ ਵਿੱਚ ਫਿਰ ਉਸ ਮਨੁੱਖ ਨੂੰ ਸੂਰਮਾ ਆਖਿਆ ਜਾਂਦਾ ਹੈ। ਸੂਰਮੇ ਸੀ ਭਗਤ ਰਵਿਦਾਸ ਸਾਹਿਬਾਨ ਜੀ, ਸੂਰਮੇ ਸੀ ਭਗਤ ਕਬੀਰ ਸਾਹਿਬਾਨ ਜੀ, ਸੂਰਮੇ ਸੀ ਭਗਤ ਨਾਮਦੇਵ ਸਾਹਿਬਾਨ ਜੀ। ਕਿਉਂ ਸੂਰਮੇ ਸੀ? ਕਿਉਂਕਿ ਨੀਵੀਆਂ ਜਾਤਾਂ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਤੇ ਉਹਨਾਂ ਨੀਵੀਆਂ ਜਾਤ ਜਿੱਥੇ ਪੰਡਤਾਂ ਦੇ ਗੜ੍ਹ ਵਿੱਚ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ ਇਹ ਓਏ ਹਰ ਕੇ ਸੰਤ ਨ ਆਖੀਐ, ਬਨਾਰਸ ਕੇ ਠੱਗ ਐਸੇ ਸੰਤ ਨ ਮੋਕੋ ਭਾਵੈ, ਡਾਲਾ ਸਿਉ ਪੇਢਾ ਗਟਕਾਵੈ। ਇਹ ਸੂਰਮਤਾ ਦੀ ਗੱਲ ਹੈ, ਕਿਉਂਕਿ ਪੰਡਤਾਂ ਦੇ ਗੜ੍ਹ ਵਿੱਚ ਜਾ ਕੇ ਕਹਿਣਾ ਤੁਸੀਂ ਬਨਾਰਸ ਦੇ ਠੱਗ ਹੋ। ਅੱਜ ਆਪਾਂ ਬਨਾਰਸ ਦੀ ਧਰਤੀ ਉੱਤੇ ਜਾ ਕੇ ਉੱਥੇ ਜਾ ਕੇ ਬੋਲਦੀ ਹੈ ਨਾ ਕਿ ਤੁਸੀਂ ਠੱਗ ਹੋ, ਤੇ ਡਾਂਗਾ ਚੁੱਕ ਕੇ ਮਾਰਨ ਨੂੰ ਪੈ ਜਾਣਗੇ ਗੁਰੂ ਸਵਾਰਿਆ। ਤੇ ਭਗਤ ਕਬੀਰ ਸਾਹਿਬਾਨ ਰਵਿਦਾਸ ਸਾਹਿਬਾਨ ਉਸ ਧਰਤੀ ਉੱਤੇ ਰਹਿੰਦੇ ਸੀ, ਬਨਾਰਸ ਦੀ ਧਰਤੀ ਉਹਦਾ ਜਨਮ ਹੋਇਆ ਏ, ਤੇ ਪੰਡਤਾਂ ਦੇ ਮੁੱਖ ਉੱਤੇ ਆਖਦੇ ਤੁਸੀਂ ਬਨਾਰਸ ਦੇ ਠੱਗ ਹੋ। ਭਗਤ ਰਵਿਦਾਸ ਸਾਹਿਬਾਨ ਜੀ ਨੇ ਗੁਰੂ ਸਰੇ ਉੱਤਰ ਦੇਣਾ ਕੀਤਾ। ਕਹਿੰਦੇ ਨੇ ਆਮ ਤੌਰ 'ਤੇ ਭਗਤ ਰਵਿਦਾਸ ਜੀ ਸ਼ੂਦਰ ਜਾਤੀ ਨਾਲ ਸੰਬੰਧਿਤ ਸੀ, ਤੇ ਇਹ ਪਾਂਡੇ ਲੋਕ ਜਦੋਂ ਭਗਤ ਰਵਿਦਾਸ ਜੀ ਪਰਮਾਤਮਾ ਦੀ ਬੰਦਗੀ ਕਰਦੇ, ਨਾਮ ਜਪਦੇ ਨਾ, ਇਹਨਾਂ ਦੀ ਮਹਿਮਾ ਬੜਾਈ ਹੋਣ ਲੱਗ ਪਈ। ਤੇ ਪਾਂਡੇ ਲੋਕ ਜਦੋਂ ਭਗਤ ਜੀ ਨੇ ਕਦੋਂ ਲੰਘਣਾ ਤੇ ਈਰਖਾ ਵਸ ਹੋ ਕੇ ਰਵਿਦਾਸ ਨੂੰ ਚਮਾਰ ਆਖਣਾ, ਖਿਜਾਉਣ ਦੀ ਕੋਸ਼ਿਸ਼ ਕਰਨੀ। ਤੇ ਭਗਤ ਜੀ ਸੁਣਦੇ ਕਿ ਇੱਕ ਦਿਨ ਇਕੱਠੇ ਪਾਂਡੇ ਹੋ ਗਏ, ਸਾਰੇ ਇਕੱਠੇ ਹੋ ਕੇ ਭਗਤ ਜੀ ਨੂੰ ਚਮਾਰ ਆਖਣ ਲੱਗੇ। ਤੇ ਭਗਤ ਜੀ ਸੁਣਦੇ ਗਏ। ਜੋ ਸਾਰੇ ਇਸ ਤਰ੍ਹਾਂ ਖਿਜਾਉਂਦੇ ਰਹੇ, ਮੁੱਖੋਂ ਬੋਲਦੇ ਰਹੇ, ਚੁੱਪ ਕਰਕੇ ਜਦੋਂ ਚੁੱਪ ਕਰ ਗਏ ਨਾ, ਫਿਰ ਭਗਤ ਰਵਿਦਾਸ ਜੀ ਬੋਲੇ, ਕਹਿਣ ਲੱਗੇ ਚਮਰਟਾ ਗਾਂਠ ਨਾ ਜਨਈ, ਲੋਕ ਠਾਵੈ ਪਨਹੀ, ਆਰ ਨਹੀਂ ਜਿਹ ਤੋਪੋ, ਨਹੀਂ ਰਾਮਬੀ ਠਾਓ ਰੂਪੋ, ਲੋਕ ਗੰਠ ਖਰਾ ਬੇਗੂਚਾ, ਹੋ ਬਿਨ ਗਾਂਠੇ ਜਾਏ ਪਹੂਚਾ, ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਾਹੀ ਕਾਮਾ। ਭਗਤ ਰਵਿਦਾਸ ਸਾਹਿਬਾਨ ਜੀ ਕਹਿਣ ਲੱਗੇ ਕਿ ਚਮਿਆਰ ਉਹਨੂੰ ਆਖਿਆ ਜਾਂਦਾ ਜਿਹਨੂੰ ਚੰਮ ਦੀ ਪਰਖ ਹੋਵੇ। ਜਿਹਨੂੰ ਚੰਮ ਦੀ ਪਰਖ ਹੋਵੇ ਨਾ, ਅਸਲ ਵਿੱਚ ਉਹ ਚਮਿਆਰ ਹੈ। ਕਹਿਣ ਲੱਗੇ ਜਿਨ੍ਹਾਂ ਦਾ ਸਰੀਰ ਨਾਲ ਭਗਤ ਜੁੱਤੀ ਨਾਲ ਤੁਲਨਾ ਕੀਤੀ ਸਰੀਰ ਦੀ, ਕਹਿੰਦੇ ਹਾਂ ਭਾਈ ਮੈਂ ਚਮਿਆਰ ਹਾਂ, ਪਰ ਗੱਲ ਇਹ ਹੈ ਕਿ ਤੁਸੀਂ ਮੈਂ ਆਪਣੇ ਜਿਹੜਾ ਸਾਡਾ ਤੇ ਤੁਹਾਡਾ ਤੇ ਮੇਰਾ ਸਰੀਰ ਹੈ ਨਾ, ਇੱਕ ਜੁੱਤੀ ਦੀ ਨਹੀਂ ਆਈ। ਮੈਂ ਪ੍ਰਤੱਖ ਤੌਰ 'ਤੇ ਜੁੱਤੀਆਂ ਗੰਢਦਾ ਹਾਂ, ਮੈਂ ਇਹ ਮੇਰੀ ਕਿਰਤ ਹੈ, ਜੁੱਤੀਆਂ ਗੰਢ ਕੇ ਮੈਂ ਲੋਕਾਂ ਨੂੰ ਪਹਿਨਾਉਂਦਾ, ਇਹ ਮੈਨੂੰ ਕਿਰਤ ਮਿਲੀ ਹੋਈ ਹੈ। ਪਰ ਮੈਂ ਤਾਂ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਨੂੰ ਗੰਢਦਾ ਨੂੰ ਤੋਪੇ ਲਾਉਂਦਾ ਹਾਂ, ਤੁਸੀਂ ਸਰੀਰ ਰੂਪੀ ਜੁੱਤੀ ਨਿਤਾਪਤੀ ਗੰਢਦੇ ਫਿਰਦੇ ਹੋ। ਕਹਿਣ ਲੱਗੇ ਇਹ ਕਿਵੇਂ? ਕਹਿਣ ਲੱਗੇ ਚਮਰਟਾ ਗਾਣ ਨਾ ਜਨੇ, ਲੋਕ ਠਾਵੈ ਪਨਹੀ, ਦੁਨੀਆ ਦੇ ਲੋਕ ਆਪਣੀ ਸਰੀਰ ਰੂਪੀ ਜੁੱਤੀ ਨੂੰ ਗੰਢਦੇ ਨੇ। ਕਿਵੇਂ ਗੰਢਦੇ ਨੇ? ਅਨੇਕਾਂ ਪ੍ਰਕਾਰ ਦੀਆਂ ਖੁਰਾਕਾਂ ਦੇ ਕੇ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਖੁਰਾਕ ਨਹੀਂ ਖਾਣੀ ਹੈ, ਭਾਵ ਇਹ ਮੋਹ ਦੀਆਂ ਸਰੀਰ ਦਾ ਮੋਹ ਦੇ ਵਿੱਚ ਖਚਤ ਹੋ। ਕਹਿੰਦੇ ਭਗਤ ਜੀ ਕਹਿਣ ਲੱਗੇ ਕਿ ਮੈਂ ਮੋਹ ਤੋਂ ਰਹਿਤ ਹੋ ਗਿਆ, ਮੇਰੇ ਕੋਲ ਉਹ ਆਰ ਨਹੀਂ ਹੈ ਜਿਹਦੇ ਆਰ ਨਹੀਂ ਜੇ ਤੋਪੋ, ਜਿਹਦੇ ਰਾਹੀਂ ਮੈਂ ਤੋਪੇ ਲਾ ਸਕਾਂ, ਸਰੀਰ ਰੂਪੀ ਜੁੱਤੀ ਨੂੰ ਗੰਢ ਸਕਾਂ। ਨਾ ਹੀ ਉਹ ਰਾਮਬੀ ਹੈ ਜਿਹਦੇ ਉੱਤੇ ਮੋਚੀ ਗੁਰੂ ਰੱਖ ਕੇ ਸੱਟ ਮਾਰਦਾ ਹੁੰਦਾ ਹੈ। ਕਹਿੰਦੇ ਨਾ ਹੀ ਮੇਰੇ ਕੋਲ ਉਹ ਆਰ ਨਹੀਂ ਜੇ ਤੋਪੋ, ਨਹੀਂ ਰਾਮਬੀ ਠਾਓ ਰੂਪੋ, ਲੋਕ ਗੰਠ ਖਰਾ ਬੇਗੂਚਾ। ਦੁਨੀਆ ਦੇ ਲੋਕਾਂ ਨੇ ਇਸ ਸਰੀਰ ਰੂਪੀ ਜੁੱਤੀ ਨੂੰ ਗੰਢ ਕੇ ਖਰਾ ਬੇਗੂਚਾ ਤਕੜਾ ਸ਼ਡੋਲ ਬਣਾਉਣਾ ਕੀਤਾ। ਹੋਂ ਬਿਨ ਗੰਠੇ ਜਾਏ ਪਹੂਚਾ, ਪਰ ਮੇਰੇ ਉੱਤੇ ਮੇਰੇ ਮਾਲਕ ਦੀ ਬਖਸ਼ਿਸ਼ ਹੋਈ। ਮੈਂ ਬਿਨਾਂ ਗੰਢਿਆਂ ਹੀ ਸਰੀਰ ਰੂਪੀ ਜੁੱਤੀ ਦਾ ਮੋਹ ਤਿਆਗ ਕੇ
ਕਹਿੰਦੇ ਉਸ ਥਾਂ ਤੇ ਪਹੁੰਚ ਗਿਆ, ਉਸ ਅਵਸਥਾ ਵਿੱਚ ਪਹੁੰਚ ਗਿਆ ਜਿੱਥੇ ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਹੀਂ ਨਾਹੀ ਕਾਮਾ। ਰਵਿਦਾਸ ਜੀ ਤਾਂ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਇਹ ਸੂਰਮਿਆਂ ਦੀ ਗੱਲ ਹੈ, ਗੁਰੂ ਸਵਾਰਿਓ, ਪਾਂਡਿਆਂ ਦੇ ਮੁੱਖ ਉੱਤੇ ਆਖਣਾ। ਫਿਰ ਭਗਤ ਨਾਮਦੇਵ ਜੀ ਦੀ ਗੱਲ ਆਪਾਂ ਕਰੀਏ। ਭਗਤ ਨਾਮਦੇਵ ਸਾਹਿਬਾਨ ਦੇ ਇੱਕ ਸ਼ਬਦ ਆਉਂਦਾ ਹੈ ਜਿਹਦੇ 'ਚ ਭਗਤ ਨਾਮਦੇਵ ਜੇ ਕਿਸੇ ਪਾਂਡੇ ਨਾਲ ਵਿਚਾਰ ਹੋ ਰਿਹਾ, ਵਿਚਾਰ ਚਰਚਾ ਹੋ ਰਹੀ ਹੈ। ਭਗਤ ਨਾਮਦੇਵ ਸਾਹਿਬਾਨ ਨੂੰ ਪਾਂਡਾ ਕਹਿਣ ਲੱਗਿਆ। ਆਪਣੇ ਕਦੇ ਉਹਨੇ ਰਾਮ ਦੀ ਗੱਲ ਕੀਤੀ, ਕਦੇ ਕ੍ਰਿਸ਼ਨ ਜੀ ਦੀ ਗੱਲ ਕੀਤੀ। ਇਹ ਸਮੇਂ ਸਮੇਂ ਦੇ ਅਵਤਾਰ ਨੇ, ਸਤਿਕਾਰਯੋਗ ਨੇ, ਪਰ ਸਿੱਖ ਨੇ ਗੁਰੂ ਸਾਹਿਬ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਤੇ ਕਹਿੰਦੇ ਨੇ ਭਗਤ ਜੀ ਨਾਲ ਫਿਰ ਵਿਚਾਰ ਚਰਚਾ ਪਾਂਡੇ ਦੀ ਹੋ ਰਹੀ ਹੈ, ਗਊ ਦੀ ਗੱਲ ਕੀਤੀ ਗਈ ਹੈ। ਤੇ ਭਗਤ ਜੀ ਨੇ ਫਿਰ ਇੱਕ ਸ਼ਬਦ ਸਾਰਿਆਂ ਨੂੰ ਉੱਤਰ ਦੇਣਾ ਕੀਤਾ। ਕਹਿਣ ਲੱਗੇ, ਅੱਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਊ ਰੇ, ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ, लेकर ठेंगा टंगरी तोरी, लांगत लांगत जाती थी। भगत नामदेव जी कहन लगे कि परमेश्वर मैं अज ए पांडे मैं बीठल परमेश्वर नूं देखना कीता। उस बीठल परमेश्वर मूर्ख को समझाऊ रे, मैनू मूर्ख नामदेव नूं समझाना कीता, दसिया ये कोई गऊ की पूजा करने की लोड़ नहीं है। ਕਹਿਣ ਲੱਗੇ, ਦੇਖ ਐ ਪਾਂਡੇ ਤੁਮਰੀ ਗਾਇਤਰੀ, ਤੁਹਾਡੀ ਜਿਹੜੀ ਗਊ ਜਿਹਨੂੰ ਤੁਸੀਂ ਮਾਂ ਕਹਿੰਦੇ ਨੇ ਨਾ, ਉਹ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਕੇ ਪ੍ਰਵੇਸ਼ ਹੋ ਗਈ। ਖੇਤ ਵਿੱਚ ਪ੍ਰਵੇਸ਼ ਹੋਈ, ਅੱਗੋਂ ਜ਼ਿਮੀਂਦਾਰ ਨੇ ਚੁੱਕੀ ਸੋਟੀ, ਬੜੀ ਜ਼ੋਰ ਦੀ ਉਹਦੇ ਲੱਤ ਉੱਤੇ ਮਾਰਨਾ ਕੀਤੀ। ਕਹਿੰਦੇ ਉਹ ਲਾਂਗਤ ਲਾਂਗਤ ਜਾਤੀ ਥੀ, ਉਸ ਖੇਤ ਵਿੱਚੋਂ ਲੰਗੜਾਉਂਦੀ ਹੋਈ ਬਾਹਰ ਨਿਕਲ ਗਈ। ਫਿਰ ਦੂਜੀ ਉਦਾਹਰਣ ਦੇਣਾ ਕੀਤੀ। ਕਹਿਣ ਲੱਗਿਆ, शिव जी की गल की। कहने लगे, पांडे तुमरा रामचंद सोपी आवत देखिया था, रावण सेती सरबर होई, घर की जोए गवाई सी। पांडे तुमरा महादेव धौले चढ़ आवत देखिया था, मोदी के कर खाना पाका, बाका लड़का मारिया था। कहते ने एक समय शिव जी नूं उहदे जजमान ने अपने घर विच सद्दिया, लंगर पानी तैयार किया। जो प्रशादा छकण लग्या शिव जी, वो प्रशादा स्वाद नहीं सी, ते शिव जी ने गुस्से विच आके अपने जजमान दे लड़के दा सिर वड़ दिता। ते भगत जी कहण लगे, ये कित्थों दी सियाणप है, एक भोजन लई प्रशादे लई, एक कहंदे ਉਹਦਾ ਜਿਹਨੇ ਘਰ ਵਿੱਚ ਸੱਦਿਆ ਤੇ ਉਹਦੇ ਜਿਹਦਾ ਪ੍ਰਸ਼ਾਦਾ ਸਵਾਦ ਨਹੀਂ, ਤੁਸੀਂ ਸਿਰ ਵੱਢਣਾ ਕੀਤਾ। ਕਹਿੰਦੇ ਦੇਖਣਾ ਕਿਤਾ ਤੁਹਾਡਾ ਮਹਾਂਦੇਵ ਧੋਲੇ ਬਲਦ ਪਾ ਨੰਦੀ ਬੈਲ ਉੱਤੇ ਬੈਲ ਦੀ ਸਵਾਰੀ ਕਰਦਾ ਹੈ। ਕਹਿੰਦੇ ਉਹਦੇ ਉੱਤੇ ਸਵਾਰ ਹੋ ਕੇ ਆਇਆ ਤੇ ਬਾਕਾ ਲੜਕਾ ਜਜਮਾਨ ਦਾ ਲੜਕਾ ਮਾਰ ਦਿੱਤਾ। ਪਾਂਡੇ ਤੁਮਰਾ ਰਾਮਚੰਦ ਸੋਪੀ ਆਵ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। कहते रावण सेती सरबर का अर्थ है युद्ध होया, जंग हुई, कि रावण दे नाल जंग युद्ध होया, ते जो उस जंग दे विच अपनी घर की जोए गवाई, घर जिहड़ी जोई सी भाई इस्त्री सी सीता जी, उन्होंने कहते गवा लिया। सीता उत्ते शक किया ते अखीर ते सीता ने सदीवी कर ली, अपने पति नूं त्याग दिता। ये तुहाडे ही ग्रंथ कह रहे हैं। फिर कहन लगे, पांडे तुमरे रामचंद सोपी आव देखिया था, रावण सेती सरबर होई, घर की जोए गवाई थी। अखीरलियां पंक्तियां च फिर भगत जी ने किसी छड्डिया नहीं, ना हिंदू ना मुसलमान। कहते ने, हिंदू अन्ना तुरकू काणा, हिंदू अन्ना तुरकू काणा, दोहां ते ज्ञानी सियाणा। हिंदू पूजै देहरा, मुसलमान मसीत, नामे सोई सेविया, जह देहरा ना मसीत। हिंदुआं नूं तुरकू आखना। गुरु सारे देखो उदों राज किहनां दा सी?
मुसलमाना दा राज सी। ते मुसलमानों कह तुरकू काना, क्यों आख्या काना? क्योंकि मुसलमान केवल मक्के मदीने दे विच ही रब नूं मनदे ने, खुदा नूं मनदे ने। हिंदू नूं अन्ना इस करके आख्या गया कि हिंदू ने अनेकां ही भगवान मन्ने हुए ने। कदे पत्थरां नूं भगवान मनदा, कदे किते जाके अनेकां दे देवते ने। पर भगत नामदेव साहिबान जी इस करके हिंदू अन्ना हो गया क्योंकि उहदे कोल विचार, उहदे ज्ञान रूपी नेत्र नहीं हन। तुरकू काणा हो गया क्योंकि उहदे कोल के मक्के मदीने च खुदा नूं मनदा, हालांकि खुदा सारियां थावां ते वरमिया होया है। दोहां ते ज्ञानी सियाणा, हिंदू पूजै देहोरा, मुसलमान मसीत। कहते नाम नामे सोई सेविया जै देहोरा ना मसीत। ना जो देहरियां विच है ना मसीतां विच है, जो सारियां थावां ते रमिया होया, जिहदा कण कण दे विच वासा है, नाम देवता उहनूं सेवदा है। हुण ये तुरकां ते हिंदुआं दे उहदे मुख उत्ते ये गल आखणी गुरु सवारिओ एक सूरमे वाला काम है, ललकारना। आपां नहीं जे आपां किसी दे धर्म दे खिलाफ अज बोल पईए ना तो सानू कुट के मार देणगे, कानून के तहत सज़ा हो जाएगी। पर गुरु ग्रंथ जिहड़े कीमती बोल सी रविदास जी दे, कबीर जी दे, नामदेव जी दे, होर भगत साहबानां दे, वो गुरु ग्रंथ साहिब सतगुरू साਂਭ के रख ले। तुहाडे बोल बड़े कीमती ने, दुनिया के लोग इहनूं पढ़ के सेध लैणगे। तो इत्थे सतगुरू यही वचन करते हैं, कहते भाई देखो मेरे मालक ने कृपा की, ऐसी जान पाई, मैनू ये समझ आ गई, शरण सूरो गुरदाता। जिहड़ा मेरा गुरु दाता ना परमेश्वर, कहते ओहदी शरण वो सूरमा है, रख है आप वडाई। वो आप ही जीवां दी जिहड़े ओहदी शरण आउंदे ने उन्हां दी पत इज्जत रखदा है। रहाओ भगतां का आग्याकारी, सदा सदा सुखदाई। भगतां का आग्याकारी। हुण जे देखा जाए परमेश्वर भगतां दा, पर प्रभु दे प्यारे परमेश्वर की आग्या विच ने। पर कई बारी प्रेम दे बधे हुए ना मालक प्रभु परमेश्वर जिहड़ा है वो अपने प्यारियां दी भगतां दी आग्या विच चल पैंदा है। जिवें धन्ने जी ने अपने खेत वाहणा कीते सन, हल वाया, पानी लवाना किया, अपने सारे काम कराना कीते कि मैं बंदगी करदा, मैं तैनूं याद करदा, तू मेरा काम कर। ते काम कीते आपां सारे इतिहास जाणदे आ। ते इस तरह वो मालक भगतां का आग्याकारी। ते भगतां का आग्याकारी भाव कहण दा की है कि जिहड़े उहदे भगत ने उहदी रजा विच चलदे ने, भाणे विच चलदे, उहदे हुक्म नूं मनदे हन। सदा सदा सुखदाई ते सदीवी काली, फिर उन्होंने सुख दिंदा है मालक वाहिगुरू। अपने को कृपा करियो एक नाम त्याई। जिहड़े उहदे अपने बन जाते हैं, है तो सारे उहदे अपने ने, किसी नाल वो भेद भरम नहीं रखता है। पर जिहड़े उहनूं बार बार ज़्यादा, जिवें एक माता पिता के 4 बच्चे होण ते 4 विच एक बच्चा सियाणा होवे, अपने माँ बाप का ख्याल रखे, हर समय माँ बाप की टहल साहिब हाज़र हो जाए, तो सारियां विच फिर माँ बाप नूं वो प्यारा लगता कि ये साडा बच्चा सानूं साਂਭदा है। जिहड़े अपने माँ बाप नूं याद करते हैं, इस तरह ही जिहड़े परमेश्वर नूं याद करते हैं ना, फिर वो परमेश्वर के अपने बन जाते हैं, उन्हें प्रेम पै जाता है। ते अपने जान के मालक जी साडे उत्ते किरपा करो, रहमत करो, एक नाम ध्याई तक असीं एक आप जी दे नाम नूं ध्यांदे रहीए। नानक दीन नाम मांगै, दुतिया भरम चुकाई। नानक एक दीन है, निमाणा है, गरीब है, तेरे दर तो नानक भिखारी बन के ना नाम मांगै, नाम दी दात मंगदा हाँ। मेरे मालक कृपा दुतिया भरम मिटाई। जिहड़ा मेरे अंदर दुतिया भरम चुकाई, भरम पैदा होया ना, वो जिहड़ा दुविधा है इत्यादक, ये सारे मेरे हिरदे अंदर खत्म कर दिओ ते हिरदे अंदर नाम का प्रकाश करना करो, ताकि 8 पैर मैं सास करास द्वारा
ਆਪ ਜੀ ਦਾ ਨਾਮ ਜਪਦਾ ਰਵਾਂ ਤੇ ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ।